ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਦੇ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਨੇ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ। ਰਿਪੋਰਟ ਮੁਤਾਬਕ ਪਿਛਲੇ ਸਾਲ ਕਰਮਚਾਰੀਆਂ ਦੇ ਦੁਰਵਿਵਹਾਰ ਅਤੇ ਗਲਤ ਕੰਮਾਂ ਦੇ 105 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਜਿਨਸੀ ਪਰੇਸ਼ਾਨੀ, ਧੋਖਾਧੜੀ, ਨਸਲਵਾਦੀ ਟਿੱਪਣੀਆਂ ਅਤੇ ਅਧਿਕਾਰਾਂ ਦੇ ਦੁਰਉਪਯੋਗ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਈ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਕੁਝ ਨੂੰ ਨੌਕਰੀ ਤੋਂ ਵੀ ਕੱਢਿਆ ਗਿਆ ਹੈ। ਆਖਰ ਇਮੀਗ੍ਰੇਸ਼ਨ ਵਰਗੇ ਅਹਿਮ ਵਿਭਾਗ ਦੇ ਵਿੱਚ ਸਭ ਕਿਵੇਂ ਹੋਇਆ, ਜਾਣਦੇ ਇਸ ਖਾਸ ਰਿਪੋਰਟ ਦੇ ਵਿੱਚ, ਜਿਸ 'ਚ ਅਹਿਮ ਖੁਲਾਸੇ ਕੀਤੇ ਗਏ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਜੁੜੀ ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੂੰ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਅਤੇ ਜਵਾਬਦੇਹੀ ਬਾਰੇ ਕੋਈ ਸਵਾਲ ਖੜੇ ਕਰ ਦਿੱਤੇ ਨੇ। ਇਮੀਗ੍ਰੇਸ਼ਨ ਰਿਫਿਊਜ਼ਲਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਰਸੀਸੀ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਸਾਲ ਕਰਮਚਾਰੀਆਂ ਤੇ ਦੁਰਵਿਵਹਾਰ ਅਤੇ ਗਲਤ ਕੰਮਾਂ ਦੇ 105 ਮਾਮਲੇ ਦਰਜ ਕੀਤੇ ਗਏ ਨੇ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਮਾਮਲਿਆਂ ਦੇ ਕਾਰਨ ਘੱਟੋ-ਘੱਟ 3 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ, ਜਦਕਿ 47 ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕੀਤਾ ਗਿਆ। ਇਹ ਮਾਮਲੇ ਸਿਰਫ ਦਫ਼ਤਰੀ ਲਾਪਰਵਾਹੀ ਤੱਕ ਨਹੀਂ ਸੀਮਤ ਸਨ, ਸਗੋਂ ਜਿਨਸੀ ਪਰੇਸ਼ਾਨੀ, ਨਸਲਵਾਦੀ ਟਿੱਪਣੀਆਂ, ਹਿੰਸਕ ਵਿਵਹਾਰ, ਧੋਖਾਧੜੀ ਅਤੇ ਅਧਿਕਾਰ ਦੇ ਗਲਤ ਇਸਤੇਮਾਲ ਵਰਗੇ ਗੰਭੀਰ ਦੋਸ਼ ਵੀ ਸ਼ਾਮਲ ਨੇ। ਸਭ ਤੋਂ ਚਰਚਿਤ ਮਾਮਲੇ ਦੇ ਵਿੱਚ ਕਰਮਚਾਰੀ ਦਾ ਕੇਸ ਹੈ, ਜਿਸ ਉੱਤੇ 3.5 ਸਾਲਾਂ ਤੱਕ ਇੱਕੋ ਸਮੇਂ ਤੇ ਫੈਡਰਲ ਸਰਕਾਰੀ ਨੌਕਰੀਆਂ ਕਰਨ ਦਾ ਦੋਸ਼ ਲੱਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸਨੇ ਓਵਰਟਾਈਮ ਤੇ ਜਾਲੀ ਦਾਅਵੇ ਕੀਤੇ ਅਤੇ ਕੰਮਕਾਜੀ ਸਰਗਰਮੀ ਨੂੰ ਵਧਾ ਚੜ੍ਹਾ ਕੇ ਦਰਸਾਉਣ ਦੇ ਲਈ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ। ਜਾਂਚ ਦੌਰਾਨ ਹੀ ਉਸ ਕਰਮਚਾਰੀ ਨੇ ਅਸਤੀਫਾ ਦੇ ਦਿੱਤਾ। ਇੱਕ ਹੋਰ ਮਾਮਲੇ ਵਿੱਚ ਓਟਵਾ ਦੇ ਇੱਕ ਸੀਨੀਅਰ ਅਧਿਕਾਰੀ ਉੱਤੇ ਵੀ ਦੋਸ਼ ਲੱਗੇ ਕਿ ਉਸਨੇ ਆਪਣੇ ਨਾਲ ਨਿੱਜੀ ਰਿਸ਼ਤਾ ਰੱਖਣ ਵਾਲੇ ਇੱਕ ਕਰਮਚਾਰੀ ਦੀ ਤਰੱਕੀ ਕਰਵਾਈ। ਇਸ ਤੋਂ ਇਲਾਵਾ ਉਸ ਅਧਿਕਾਰੀ ਦੇ ਵੱਲੋਂ ਸਟਾਫ ਦੇ ਨਾਲ ਅਪਮਾਨਜਨਕ ਭਾਸ਼ਾ ਵਰਤਣ ਦੀ ਸ਼ਿਕਾਇਤ ਵੀ ਸਾਹਮਣੇ ਆਈਆਂ। ਰਿਪੋਰਟ ਵਿੱਚ ਕੁਝ ਅਜਿਹੇ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿੱਥੇ ਕਰਮਚਾਰੀਆਂ ਨੇ ਸਰਕਾਰੀ ਕੰਪਿਊਟਰਾਂ ਤੇ ਅਨਿਰਧਾਰਤ ਸੌਫਟਵੇਅਰ ਡਾਊਨਲੋਡ ਕੀਤੇ, ਕੰਮ ਵਾਲੇ ਉਪਕਰਣਾਂ ਉੱਤੇ ਅਨੁਚਿਤ ਸਮੱਗਰੀ ਦੇਖੀ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ। ਇੱਕ ਕਰਮਚਾਰੀ ਉੱਤੇ ਤਾਂ ਆਪਣੇ ਨਿੱਜੀ ਕਾਨੂੰਨੀ ਮਾਮਲੇ ਦੇ ਲਈ ਵਿਭਾਗ ਦੀ ਗੁਪਤ ਜਾਣਕਾਰੀ ਤੱਕ ਪਹੁੰਚ ਕਰਨ ਦਾ ਵੀ ਦੋਸ਼ ਲੱਗਿਆ। ਇਸ ਤੋਂ ਇਲਾਵਾ ਕਈ ਮਾਮਲੇ ਅਜਿਹੇ ਸਨ ਜਿੱਥੇ ਕਰਮਚਾਰੀ ਨੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਜਾਣ ਪਛਾਣ ਵਾਲੇ ਦੇ ਲਈ ਇਮੀਗ੍ਰੇਸ਼ਨ ਫਾਈਲਾਂ ਨੂੰ ਗੈਰ ਅਧਿਕਾਰਤ ਤਰੀਕੇ ਨਾਲ ਐਕਸੈਸ ਕੀਤਾ। ਆਈਆਰਸੀਸੀ ਦੇ ਡਿਪਟੀ ਮੰਤਰੀ ਟੇਲ ਗੈਲੀਵਨ ਨੇ ਕਿਹਾ ਕਿ 10,000 ਤੋਂ ਵੱਧ ਕਰਮਚਾਰੀ ਵਾਲੇ ਕਿਸੇ ਵੀ ਵੱਡੇ ਸੰਗਠਨ ਦੇ ਵਿੱਚ ਕੁਝ ਹੱਦ ਤੱਕ ਗਲਤ ਕੰਮ ਸਾਹਮਣੇ ਆ ਸਕਦੇ ਨੇ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿਆਦਾ ਸ਼ਿਕਾਇਤ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਅਤੇ ਜਿੱਥੇ ਲੋੜ ਪੈਂਦੀ ਹੈ ਉੱਥੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ। ਦੂਜੇ ਪਾਸੇ ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਨੇ ਕਿਹਾ ਕਿ ਟੈਕਸ ਦਾਤਾਵਾਂ ਨੂੰ ਇਹ ਜਾਣਨਾ ਪੂਰਾ ਹੱਕ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਕੀ ਚੱਲ ਰਿਹਾ ਹੈ, ਕਿਉਂਕਿ ਆਖਰਕਾਰ ਇਹਨਾਂ ਸੰਸਥਾਵਾਂ ਦਾ ਖਰਚਾ ਲੋਕਾਂ ਦੇ ਟੈਕਸ ਤੋਂ ਹੀ ਚੱਲਦਾ ਹੈ। ਕੁੱਲ ਮਿਲਾ ਕੇ ਇਹ ਰਿਪੋਰਟ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਲਈ ਇੱਕ ਵੱਡੀ ਚੇਤਾਵਨੀ ਮੰਨੀ ਜਾ ਰਹੀ ਹੈ ਅਤੇ ਸਵਾਲ ਖੜਾ ਕਰਦੀ ਹੈ ਕਿ ਲੋਕਾਂ ਦੇ ਭਵਿੱਖ ਨਾਲ ਜੁੜੇ ਮਹੱਤਵਪੂਰਨ ਫੈਸਲੇ ਕੰਮ ਕਰਨ ਵਾਲੇ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਦੇ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਨੇ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ। ਰਿਪੋਰਟ ਮੁਤਾਬਕ ਪਿਛਲੇ ਸਾਲ ਕਰਮਚਾਰੀਆਂ ਦੇ ਦੁਰਵਿਵਹਾਰ ਅਤੇ ਗਲਤ ਕੰਮਾਂ ਦੇ 105 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਜਿਨਸੀ ਪਰੇਸ਼ਾਨੀ, ਧੋਖਾਧੜੀ, ਨਸਲਵਾਦੀ ਟਿੱਪਣੀਆਂ ਅਤੇ ਅਧਿਕਾਰਾਂ ਦੇ ਦੁਰਉਪਯੋਗ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਈ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਤੇ ਕੁਝ ਨੂੰ ਨੌਕਰੀ ਤੋਂ ਵੀ ਕੱਢਿਆ ਗਿਆ। ਆਖਰ ਇਮੀਗ੍ਰੇਸ਼ਨ ਵਰਗੇ ਅਹਿਮ ਵਿਭਾਗ ਦੇ ਵਿੱਚ ਸਭ ਕਿਵੇਂ ਹੋਇਆ, ਜਾਣਦੇ ਇਸ ਖਾਸ ਰਿਪੋਰਟ ਦੇ ਵਿੱਚ, ਜਿਸ 'ਚ ਅਹਿਮ ਖੁਲਾਸੇ ਕੀਤੇ ਗਏ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਜੁੜੀ ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੂੰ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਅਤੇ ਜਵਾਬਦੇਹੀ ਬਾਰੇ ਕੋਈ ਸਵਾਲ ਖੜੇ ਕਰ ਦਿੱਤੇ ਨੇ। ਇਮੀਗ੍ਰੇਸ਼ਨ ਰਿਫਿਊਜ਼ਲਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਰਸੀਸੀ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਸਾਲ ਕਰਮਚਾਰੀਆਂ ਤੇ ਦੁਰਵਿਵਹਾਰ ਅਤੇ ਗਲਤ ਕੰਮਾਂ ਦੇ 105 ਮਾਮਲੇ ਦਰਜ ਕੀਤੇ ਗਏ ਨੇ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਮਾਮਲਿਆਂ ਦੇ ਕਾਰਨ ਘੱਟੋ-ਘੱਟ 3 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ, ਜਦਕਿ 47 ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕੀਤਾ ਗਿਆ। ਇਹ ਮਾਮਲੇ ਸਿਰਫ ਦਫ਼ਤਰੀ ਲਾਪਰਵਾਹੀ ਤੱਕ ਨਹੀਂ ਸੀਮਤ ਸਨ, ਸਗੋਂ ਜਿਨਸੀ ਪਰੇਸ਼ਾਨੀ, ਨਸਲਵਾਦੀ ਟਿੱਪਣੀਆਂ, ਹਿੰਸਕ ਵਿਵਹਾਰ, ਧੋਖਾਧੜੀ ਅਤੇ ਅਧਿਕਾਰ ਦੇ ਗਲਤ ਇਸਤੇਮਾਲ ਵਰਗੇ ਗੰਭੀਰ ਦੋਸ਼ ਵੀ ਸ਼ਾਮਲ ਨੇ। ਸਭ ਤੋਂ ਚਰਚਿਤ ਮਾਮਲੇ ਦੇ ਵਿੱਚ ਕਰਮਚਾਰੀ ਦਾ ਕੇਸ ਹੈ, ਜਿਸ ਉੱਤੇ 3.5 ਸਾਲਾਂ ਤੱਕ ਇੱਕੋ ਸਮੇਂ ਤੇ ਫੈਡਰਲ ਸਰਕਾਰੀ ਨੌਕਰੀਆਂ ਕਰਨ ਦਾ ਦੋਸ਼ ਲੱਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸਨੇ ਓਵਰਟਾਈਮ ਤੇ ਜਾਲੀ ਦਾਅਵੇ ਕੀਤੇ ਅਤੇ ਕੰਮਕਾਜੀ ਸਰਗਰਮੀ ਨੂੰ ਵਧਾ ਚੜ੍ਹਾ ਕੇ ਦਰਸਾਉਣ ਦੇ ਲਈ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ। ਜਾਂਚ ਦੌਰਾਨ ਹੀ ਉਸ ਕਰਮਚਾਰੀ ਨੇ ਅਸਤੀਫਾ ਦੇ ਦਿੱਤਾ। ਇੱਕ ਹੋਰ ਮਾਮਲੇ ਵਿੱਚ ਓਟਵਾ ਦੇ ਇੱਕ ਸੀਨੀਅਰ ਅਧਿਕਾਰੀ ਉੱਤੇ ਵੀ ਦੋਸ਼ ਲੱਗੇ ਕਿ ਉਸਨੇ ਆਪਣੇ ਨਾਲ ਨਿੱਜੀ ਰਿਸ਼ਤਾ ਰੱਖਣ ਵਾਲੇ ਇੱਕ ਕਰਮਚਾਰੀ ਦੀ ਤਰੱਕੀ ਕਰਵਾਈ। ਇਸ ਤੋਂ ਇਲਾਵਾ ਉਸ ਅਧਿਕਾਰੀ ਦੇ ਵੱਲੋਂ ਸਟਾਫ ਦੇ ਨਾਲ ਅਪਮਾਨਜਨਕ ਭਾਸ਼ਾ ਵਰਤਣ ਦੀ ਸ਼ਿਕਾਇਤ ਵੀ ਸਾਹਮਣੇ ਆਈਆਂ। ਰਿਪੋਰਟ ਵਿੱਚ ਕੁਝ ਅਜਿਹੇ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿੱਥੇ ਕਰਮਚਾਰੀਆਂ ਨੇ ਸਰਕਾਰੀ ਕੰਪਿਊਟਰਾਂ ਤੇ ਅਨਿਰਧਾਰਤ ਸੌਫਟਵੇਅਰ ਡਾਊਨਲੋਡ ਕੀਤੇ,
ਕੰਮ ਵਾਲੇ ਉਪਕਰਨਾਂ ਉੱਤੇ ਅਨੁਚਿਤ ਸਮੱਗਰੀ ਦੇਖੀ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ। ਇੱਕ ਕਰਮਚਾਰੀ ਉੱਤੇ ਤਾਂ ਆਪਣੇ ਨਿੱਜੀ ਕਾਨੂੰਨੀ ਮਾਮਲੇ ਦੇ ਲਈ ਵਿਭਾਗ ਦੀ ਗੁਪਤ ਜਾਣਕਾਰੀ ਤੱਕ ਪਹੁੰਚ ਕਰਨ ਦਾ ਵੀ ਦੋਸ਼ ਲੱਗਿਆ। ਇਸ ਤੋਂ ਇਲਾਵਾ ਕਈ ਮਾਮਲੇ ਅਜਿਹੇ ਸਨ ਜਿੱਥੇ ਕਰਮਚਾਰੀ ਨੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਜਾਣ ਪਛਾਣ ਵਾਲੇ ਦੇ ਲਈ ਇਮੀਗ੍ਰੇਸ਼ਨ ਫਾਈਲਾਂ ਨੂੰ ਗੈਰ ਅਧਿਕਾਰਤ ਤਰੀਕੇ ਨਾਲ ਐਕਸੈਸ ਕੀਤਾ। IRCC ਦੇ ਡਿਪਟੀ ਮੰਤਰੀ ਟੇਲ ਗੈਲੀਵਨ ਨੇ ਕਿਹਾ ਕਿ 10,000 ਤੋਂ ਵੱਧ ਕਰਮਚਾਰੀ ਵਾਲੇ ਕਿਸੇ ਵੀ ਵੱਡੇ ਸੰਗਠਨ ਦੇ ਵਿੱਚ ਕੁਝ ਹੱਦ ਤੱਕ ਗਲਤ ਕੰਮ ਸਾਹਮਣੇ ਆ ਸਕਦੇ ਨੇ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿਆਦਾ ਸ਼ਿਕਾਇਤ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਅਤੇ ਜਿੱਥੇ ਲੋੜ ਪੈਂਦੀ ਹੈ ਉੱਥੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ। ਦੂਜੇ ਪਾਸੇ ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਨੇ ਕਿਹਾ ਕਿ ਟੈਕਸ ਦਾਤਾਵਾਂ ਨੂੰ ਇਹ ਜਾਣਨਾ ਪੂਰਾ ਹੱਕ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਕੀ ਚੱਲ ਰਿਹਾ ਹੈ, ਕਿਉਂਕਿ ਆਖਰਕਾਰ ਇਹਨਾਂ ਸੰਸਥਾਵਾਂ ਦਾ ਖਰਚਾ ਲੋਕਾਂ ਦੇ ਟੈਕਸ ਤੋਂ ਹੀ ਚੱਲਦਾ ਹੈ। ਕੁੱਲ ਮਿਲਾ ਕੇ ਇਹ ਰਿਪੋਰਟ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਲਈ ਇੱਕ ਵੱਡੀ ਚੇਤਾਵਨੀ ਮੰਨੀ ਜਾ ਰਹੀ ਹੈ ਅਤੇ ਸਵਾਲ ਖੜਾ ਕਰਦੀ ਹੈ ਕਿ ਲੋਕਾਂ ਦੇ ਭਵਿੱਖ ਨਾਲ ਜੁੜੇ ਮਹੱਤਵਪੂਰਨ ਫੈਸਲੇ ਕੰਮ ਕਰਨ ਵਾਲੇ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ IRCC ਦੇ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਨੇ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ। ਰਿਪੋਰਟ ਮੁਤਾਬਕ ਪਿਛਲੇ ਸਾਲ ਕਰਮਚਾਰੀਆਂ ਦੇ ਦੁਰਵਿਵਹਾਰ ਅਤੇ ਗਲਤ ਕੰਮਾਂ ਦੇ 105 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਜਿਨਸੀ ਪਰੇਸ਼ਾਨੀ, ਧੋਖਾਧੜੀ, ਨਸਲਵਾਦੀ ਟਿੱਪਣੀਆਂ ਅਤੇ ਅਧਿਕਾਰਾਂ ਦੇ ਦੁਰਉਪਯੋਗ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਈ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਤੇ ਕੁਝ ਨੂੰ ਨੌਕਰੀ ਤੋਂ ਵੀ ਕੱਢਿਆ ਗਿਆ। ਆਖਰ ਇਮੀਗ੍ਰੇਸ਼ਨ ਵਰਗੇ ਅਹਿਮ ਵਿਭਾਗ ਦੇ ਵਿੱਚ ਸਭ ਕਿਵੇਂ ਹੋਇਆ, ਜਾਣਦੇ ਇਸ ਖਾਸ ਰਿਪੋਰਟ ਦੇ ਵਿੱਚ ਜਿਸ 'ਚ ਅਹਿਮ ਖੁਲਾਸੇ ਕੀਤੇ ਗਏ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਜੁੜੀ ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੂੰ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਅਤੇ ਜਵਾਬਦੇਹੀ ਬਾਰੇ ਕੋਈ ਸਵਾਲ ਖੜੇ ਕਰ ਦਿੱਤੇ ਨੇ। ਇਮੀਗ੍ਰੇਸ਼ਨ ਰਿਫਿਊਜ਼ਲਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਸਾਲ ਕਰਮਚਾਰੀਆਂ ਤੇ ਦੁਰਵਿਵਹਾਰ ਅਤੇ ਗਲਤ ਕੰਮਾਂ ਦੇ 105 ਮਾਮਲੇ ਦਰਜ ਕੀਤੇ ਗਏ ਨੇ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਇਹਨਾਂ ਮਾਮਲਿਆਂ ਦੇ ਕਾਰਨ ਘੱਟੋ-ਘੱਟ 3 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ, ਜਦਕਿ 47 ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕੀਤਾ ਗਿਆ। ਇਹ ਮਾਮਲੇ ਸਿਰਫ ਦਫ਼ਤਰੀ ਲਾਪਰਵਾਹੀ ਤੱਕ ਨਹੀਂ ਸੀਮਤ ਸਨ, ਸਗੋਂ ਜਿਨਸੀ ਪਰੇਸ਼ਾਨੀ, ਨਸਲਵਾਦੀ ਟਿੱਪਣੀਆਂ, ਹਿੰਸਕ ਵਿਵਹਾਰ, ਧੋਖਾਧੜੀ ਅਤੇ ਅਧਿਕਾਰਾਂ ਦੇ ਗਲਤ ਇਸਤੇਮਾਲ ਵਰਗੇ ਗੰਭੀਰ ਦੋਸ਼ ਵੀ ਸ਼ਾਮਲ ਨੇ। ਸਭ ਤੋਂ ਚਰਚਿਤ ਮਾਮਲੇ ਦੇ ਵਿੱਚ ਕਰਮਚਾਰੀ ਦਾ ਕੇਸ ਹੈ, ਜਿਸ ਉੱਤੇ 3.5 ਸਾਲਾਂ ਤੱਕ ਇੱਕੋ ਸਮੇਂ ਤੇ ਫੈਡਰਲ ਸਰਕਾਰੀ ਨੌਕਰੀਆਂ ਕਰਨ ਦਾ ਦੋਸ਼ ਲੱਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸਨੇ ਓਵਰਟਾਈਮ ਤੇ ਜਾਲੀ ਦਾਅਵੇ ਕੀਤੇ ਅਤੇ ਕੰਮਕਾਜੀ ਸਰਗਰਮੀ ਨੂੰ ਵਧਾ ਚੜ੍ਹਾ ਕੇ ਦਰਸਾਉਣ ਦੇ ਲਈ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ। ਜਾਂਚ ਦੌਰਾਨ ਹੀ ਉਸ ਕਰਮਚਾਰੀ ਨੇ ਅਸਤੀਫਾ ਦੇ ਦਿੱਤਾ। ਇੱਕ ਹੋਰ ਮਾਮਲੇ ਵਿੱਚ ਓਟਵਾ ਦੇ ਇੱਕ ਸੀਨੀਅਰ ਅਧਿਕਾਰੀ ਉੱਤੇ ਵੀ ਦੋਸ਼ ਲੱਗੇ ਕਿ ਉਸਨੇ ਆਪਣੇ ਨਾਲ ਨਿੱਜੀ ਰਿਸ਼ਤਾ ਰੱਖਣ ਵਾਲੇ ਇੱਕ ਕਰਮਚਾਰੀ ਦੀ ਤਰੱਕੀ ਕਰਵਾਈ। ਇਸ ਤੋਂ ਇਲਾਵਾ ਉਸ ਅਧਿਕਾਰੀ ਦੇ ਵੱਲੋਂ ਸਟਾਫ ਦੇ ਨਾਲ ਅਪਮਾਨਜਨਕ ਭਾਸ਼ਾ ਵਰਤਣ ਦੀ ਸ਼ਿਕਾਇਤ ਵੀ ਸਾਹਮਣੇ ਆਈਆਂ। ਰਿਪੋਰਟ ਵਿੱਚ ਕੁਝ ਅਜਿਹੇ ਮਾਮਲੇ ਵੀ ਦਰਜ ਕੀਤੇ ਗਏ ਨੇ ਜਿੱਥੇ ਕਰਮਚਾਰੀਆਂ ਨੇ ਸਰਕਾਰੀ ਕੰਪਿਊਟਰ ਅਤੇ ਅਨਿਰਧਾਰਤ ਸੌਫਟਵੇਅਰ ਡਾਊਨਲੋਡ ਕੀਤੇ, ਕੰਮ ਵਾਲੇ ਉਪਕਰਨਾਂ ਉੱਤੇ ਅਨੁਚਿਤ ਸਮੱਗਰੀ ਦੇਖੀ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ। ਇੱਕ ਕਰਮਚਾਰੀ ਉੱਤੇ ਤਾਂ ਆਪਣੇ ਨਿੱਜੀ ਕਾਨੂੰਨੀ ਮਾਮਲੇ ਦੇ ਲਈ ਵਿਭਾਗ ਦੀ ਗੁਪਤ ਜਾਣਕਾਰੀ ਤੱਕ ਪਹੁੰਚ ਕਰਨ ਦਾ ਵੀ ਦੋਸ਼ ਲੱਗਿਆ। ਇਸ ਤੋਂ ਇਲਾਵਾ ਕਈ ਮਾਮਲੇ ਅਜਿਹੇ ਸਨ ਜਿੱਥੇ ਕਰਮਚਾਰੀ ਨੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਜਾਣ ਪਛਾਣ ਵਾਲੇ ਦੇ ਲਈ ਇਮੀਗ੍ਰੇਸ਼ਨ ਫਾਈਲਾਂ ਨੂੰ ਗੈਰ ਅਧਿਕਾਰਤ ਤਰੀਕੇ ਨਾਲ ਐਕਸੈਸ ਕੀਤਾ। IRCC ਦੇ ਡਿਪਟੀ ਮੰਤਰੀ ਟੇਲ ਗੈਲੀਵਨ ਨੇ ਕਿਹਾ ਕਿ 10,000 ਤੋਂ ਵੱਧ ਕਰਮਚਾਰੀ ਵਾਲੇ ਕਿਸੇ ਵੀ ਵੱਡੇ ਸੰਗਠਨ ਦੇ ਵਿੱਚ ਕੁਝ ਹੱਦ ਤੱਕ ਗਲਤ ਕੰਮ ਸਾਹਮਣੇ ਆ ਸਕਦੇ ਨੇ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿਆਦਾ ਸ਼ਿਕਾਇਤ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਅਤੇ ਜਿੱਥੇ ਲੋੜ ਪੈਂਦੀ ਹੈ ਉੱਥੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ। ਦੂਜੇ ਪਾਸੇ ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਨੇ ਕਿਹਾ ਕਿ ਟੈਕਸ ਦਾਤਾਵਾਂ ਨੂੰ ਇਹ ਜਾਣਨਾ ਪੂਰਾ ਹੱਕ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਕੀ ਚੱਲ ਰਿਹਾ ਹੈ, ਕਿਉਂਕਿ ਆਖਰਕਾਰ ਇਹਨਾਂ ਸੰਸਥਾਵਾਂ ਦਾ ਖਰਚਾ ਲੋਕਾਂ ਦੇ ਟੈਕਸ ਤੋਂ ਹੀ ਚੱਲਦਾ ਹੈ। ਕੁੱਲ ਮਿਲਾ ਕੇ ਇਹ ਰਿਪੋਰਟ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਲਈ ਇੱਕ ਵੱਡੀ ਚੇਤਾਵਨੀ ਮੰਨੀ ਜਾ ਰਹੀ ਹੈ ਅਤੇ ਸਵਾਲ ਖੜਾ ਕਰਦੀ ਹੈ ਕਿ ਲੋਕਾਂ ਦੇ ਭਵਿੱਖ ਨਾਲ ਜੁੜੇ ਮਹੱਤਵਪੂਰਨ ਫੈਸਲੇ ਕੰਮ ਕਰਨ ਵਾਲੇ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾਵੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।